ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਵਾਹਿਗੁਰੂ ਜਿਉਂ ਬੋਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਵੇ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਂਦਸਾਓ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਓ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਰਹਾਉ ਜੀਉ ਪਾਏ, ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜੀਉ ਪਾਏ, ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਦੇ ਮਾਲਕ, ਗੁਰਗੱਦੀ ਤੇ ਸੁਭਾਈਮਾਨ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਬੜੀ ਸ਼ਰਧਾ ਭਾਵਨਾ ਪਿਆਰ ਸਤਿਕਾਰ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਸ ਪਰਮ ਪਾਵਨ ਸਾਹਿਬ ਜੀ ਦੇ ਬਖਸ਼ਿਸ਼ ਭਰੇ ਦਰ ਤੋਂ ਸ਼ਰਵਣ ਕਰਨਾ ਕੀਤਾ। ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਮਹਾਰਾਜ ਜੀ ਦੇ 619 ਅੰਗ ਤੋਂ ਆਰੰਭ ਹੋ ਕੇ 620 ਅੰਗ ਤੱਕ ਸੁਭਾਈਮਾਨ ਹੈ। ਸੋਠ ਰਾਗ ਵਿੱਚ ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੈ। ਵੱਡੇ ਭਾਗ ਨੇ ਗੁਰ ਸ਼ਬਦ ਦੀ ਸੰਗਤ ਕਰਨ ਦਾ ਸੁਭਾਗ ਮਿਲਿਆ। ਸੰਗਤ ਮੀਤ ਮਿਲਾਪ ਪੂਰਾ ਨਾਮਨੋ ਗਾਵੇ ਗਾਵਨਹਾਰ ਸ਼ਬਦ ਸੁਹਾਵਨੋ। ਇਸ ਪਾਵਨ ਬਰਕਤ ਨੂੰ ਪ੍ਰਾਪਤ ਕਰਦੇ ਹਾਂ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ। ਮੇਰੇ ਮਾਲਿਕ ਕਿਰਪਾ ਕਰਨ ਇਸ ਪਾਵਨ ਹੁਕਮ ਨੂੰ ਪੜ੍ਹਨ ਦਾ, ਵਿਚਾਰਨ ਦਾ, ਹਿਰਦੇ ਵਿੱਚ ਟਿਕਾਵਨ ਦਾ ਤੇ ਇਸ ਅਨੁਸਾਰ ਜੀਵਨ ਚਲਾਵਨ ਦਾ ਮੇਰੇ ਮਾਲਕ ਮਿਹਰ ਭਰਿਆ ਹੱਥ ਰੱਖਣ ਜੀ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਜਦੋਂ ਮਾਲਕ ਦੇ ਹੋ ਜਾਈਦਾ ਹੈ, ਸਿਮਰਨ ਕਰਕੇ ਆਪਣਾ ਆਪਾ ਸਮਰਪਿਤ ਕਰ ਦਈਦਾ ਹੈ, ਮਾਲਕ ਆਪਣਾ ਬਣਾ ਲੈਂਦਾ ਹੈ। ਤੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਾਹਰ ਕਛ ਨਾ ਵਿਚਾਰੈ। ਰੱਬ ਦੇ ਦਰ ਘਰ ਦੇ ਦੋ ਅਸੂਲ ਨੇ। ਇੱਕ ਹੈ ਜੋ ਕਰਮ ਕਰਦੇ ਨੇ ਤੇ ਕਰਮ ਕਰਕੇ ਕੁਝ ਭਾਵ ਰੱਖ ਲੈਂਦੇ ਨੇ, ਮੈਂ ਕਰਮ ਕੀਤੇ ਨੇ। ਅੰਦਰ ਦੇ ਜਿਹਨ ਵਿੱਚ, ਸੁਰਤ ਵਿੱਚ, ਧਿਆਨ ਵਿੱਚ ਉਹਨਾਂ ਕਰਮਾਂ ਬਾਬਤ ਮਨ ਵਿਚਾਰ ਕਰਕੇ ਕਰਮਾਂ ਦੀ ਸਾਂਝ ਬਣਾ ਕੇ ਬੈਠ ਜਾਂਦਾ, ਮੈਨੂੰ ਕਰਮਾਂ ਦਾ ਫਲ ਮਿਲੇਗਾ। ਉਹਨਾਂ ਨੂੰ ਵਾਹਿਗੁਰੂ ਲੇਖਾ ਕਰਕੇ, ਹਿਸਾਬ ਕਰਕੇ ਬੁਰੇ ਕਰਮਾਂ ਦਾ ਫਲ ਤੇ ਭਲੇ ਕਰਮਾਂ ਦਾ ਫਲ ਝੋਲੀ ਵਿੱਚ ਪਾਉਂਦਾ ਹੈ। ਅਤੇ ਜੋ ਵਾਹਿਗੁਰੂ ਜੀ ਦੇ ਹੋ ਜਾਂਦੇ ਨੇ, ਆਪਣਾ ਆਪਾ ਸਮਰਪਿਤ ਕਰ ਦਿੰਦੇ ਨੇ, ਮੈਂ ਬੇਨਤੀ ਕਰਾਂਗਾ ਸਮਰਪਿਤ ਕਰਨ ਵਾਲਾ ਭਾਵੇਂ ਬੁਰੇ ਕਰਮ ਨਹੀਂ ਕਰਦਾ, ਭਾਵੇਂ ਵਾਹਿਗੁਰੂ ਜੀ ਦਾ ਦਾਸਰਾ ਰੱਬ ਨਾਲ ਜੁੜਿਆ ਭਲੇ ਕਦਮ ਹੀ ਉਠਾਉਂਦਾ, ਪਰ ਫਿਰ ਵੀ ਜਾਣੇ ਨਹੀਂ ਅਣਜਾਣੇ ਵਿੱਚ ਕਈ ਭੁੱਲਾਂ ਹੋ ਜਾਂਦੀਆਂ ਨੇ। ਇਹ ਹਕੀਕਤ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ ਦਇਆ ਕਰੋ, ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇਹ ਸੱਚ ਹੈ, ਅਸੀਂ ਖਤੇ ਬਹੁਤ ਕਮਾਉਂਦੇ, ਕਿਛ ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਵੱਡ ਗੁਨਾਹਗਾਰ। ਇਹ ਐਸੀ ਭਾਵਨਾ ਵਿੱਚ ਜੀਣ ਵਾਲਾ ਧਿਆਨ 'ਚ ਰੱਖਿਓ। ਵਾਹਿਗੁਰੂ ਜੀ ਦੇ ਸਮਰਪਿਤ ਹੋਇਆ, ਉਹਨਾਂ ਦੀ ਹਜ਼ੂਰ ਗਣਤ ਨਹੀਂ ਗਿਣਦੇ, ਭਾਵ ਹਿਸਾਬ ਨਹੀਂ ਕਰਦੇ। ਇਸ ਨੇ ਕਿੰਨੇ ਕਰਮ ਚੰਗੇ ਕੀਤੇ ਤੇ ਕਿਹੜੀਆਂ ਇਸ ਕੋਲੋਂ ਭੁੱਲਾਂ ਹੋ ਗਈਆਂ ਨੇ। ਚੂੰਕਿ ਸਾਹਿਬ ਕਹਿੰਦੇ ਨੇ, ਹਮਰੀ ਗਣਤ ਨਾ ਗਣੀਆਂ ਕਾਈ, ਕਾਈ ਗਣੀਆਂ ਵੀ ਕੋਈ ਵੀ ਹਿਸਾਬ ਨਹੀਂ ਕਰਦਾ। ਚੂੰਕਿ ਇਹ ਸੱਚ ਹੈ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਪਾਣੇ, ਉਸ ਮਾਲਕ ਨੂੰ ਸਮਰਪਿਤ ਹੋ ਗਏ ਨੇ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਉਹਨਾਂ ਦੀ ਗਣਤ, ਉਹਨਾਂ ਦਾ ਹਿਸਾਬ ਉਹ ਸਾਹਿਬ ਨਹੀਂ ਕਰਦਾ। ਚੂੰਕਿ ਆਪਣਾ ਬਿਰਦ ਪਛਾਣ, ਵਾਹਿਗੁਰੂ ਦਾ ਬਿਰਦ ਹੈ
ਬਿਰਧ ਦੇ ਅਖਰੀ ਅਰਥ ਨੇ ਮੁੱਢ ਕਦੀਮੀ ਦਾ ਸੁਭਾਅ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਧ ਸੁਆਮੀ ਸੰਦਾ। ਆਪਣਾ ਬਿਰਧ ਪਛਾਣ ਉਹ ਆਪਣਾ ਮੁੱਢ ਕਦੀਮੀ ਦਾ ਸੁਭਾਅ ਵੀ ਸ਼ਰਨ ਆਏ ਦਾ ਹਿਸਾਬ ਨਾ ਕਰਨਾ ਤੇ ਉਸ ਨੂੰ ਬਖਸ਼ ਲੈਣਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਇਹ ਮੇਰੇ ਮਾਲਕ ਨੇ ਰਹਿਮਤ ਕੀਤੀ, ਹਮਰੀ ਗਨਤ ਨਾ ਗਨੀਆਂ ਕਾਈ। ਆਪਣਾ ਬਿਰਧ ਪਛਾਣ ਇੱਕ ਬੇਨਤੀ ਕਰਦੇ ਹਾਂ, ਅੰਮ੍ਰਿਤ ਵੇਲੇ ਜਾਗਿਓ, ਨਿਤਨੇਮ ਕਰਿਓ, ਸਿਮਰਨ ਕਰਿਓ, ਸੰਗਤ ਕਰਿਓ, ਸੇਵਾ ਕਰਿਓ, ਪਰ ਆਪਣੀ ਸੁਰਤ ਵਿੱਚ ਹਿਸਾਬ ਨਾ ਰੱਖਿਓ ਮੈਂ ਇੰਨੇ ਭਲੇ ਕਰਮ ਕੀਤੇ ਨੇ। ਜੇ ਅਸੀਂ ਭਲੇ ਕਰਮਾਂ ਦਾ ਹਿਸਾਬ ਰੱਖਾਂਗੇ ਰੱਬ ਸਾਡੇ ਬੁਰੇ ਕਰਮਾਂ ਦਾ ਹਿਸਾਬ ਵੀ ਰੱਖੇਗਾ। ਤੇ ਜੇ ਸਮਰਪਿਤ ਹੋ ਗਏ ਤੇ ਮਾਲਕ ਰਹਿਮਤ ਕਰੇਗਾ। ਉਹ ਸਾਨੂੰ ਆਪਣਾ ਬਣਾ ਕੇ ਚੂਕੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕਛ ਨਾ ਵਿਚਾਰਤ। ਮੈਂ ਧਰਮ ਗ੍ਰੰਥ ਚੋਂ ਇੱਕ ਗਾਥਾ ਪੜ੍ਹੀ। ਇੱਕ ਤਪਸਵੀ ਨੇ ਇੱਕ ਪਹਾੜ ਦੀ ਸਿਲਾ ਤੇ ਬੈਠ ਕੇ 12 ਸਾਲ ਬੜਾ ਤਪ ਕੀਤਾ। ਗੈਬੀ ਆਵਾਜ਼ ਆਈ, ਤਪਸਵੀ ਤੇਰਾ ਤਪ ਪ੍ਰਵਾਨ ਹੋ ਗਿਆ, ਕੁਛ ਮੰਗ। ਤੇ ਤਪਸਵੀ ਹੰਕਾਰ ਭਰੇ ਬੋਲਾਂ ਨਾਲ ਕਹਿੰਦਾ ਮੰਗਾ ਕਿਉਂ? ਤੁਹਾਨੂੰ ਆਦਤ ਪੈ ਗਈ ਹੈ ਐ ਮੇਰੇ ਪ੍ਰਭੂ ਵੀ ਮੰਗਤਾ ਬਣਾਣਾ। ਮੈਂ ਜੋ ਕੀਤਾ 12 ਸਾਲ ਦਾ ਤਪ ਉਸ ਹਿਸਾਬ ਮੁਤਾਬਕ ਗਣਤ ਮੁਤਾਬਕ ਮੇਰੀ ਝੋਲੀ ਵਿੱਚ ਫਲ ਪਾਓ। ਤੇ ਗੈਬੀ ਆਵਾਜ਼ ਫਿਰ ਆਖਿਆ ਨਹੀਂ ਤਪਸਵੀ ਤੂੰ ਹਿਸਾਬ ਦੀ ਦੁਨੀਆ 'ਚ ਨਾ ਜਾ, ਮੰਗ ਲੈ, ਜੋ ਮੰਗੇਗਾ ਦੇ ਦਿਆਂਗਾ। ਕਹਿੰਦੇ ਨੇ ਨਹੀਂ ਤਪਸਵੀ ਆਖਿਆ ਤੁਹਾਨੂੰ ਤੇ ਆਦਤ ਪੈ ਗਈ ਏ ਮੰਗਾਉਣਾ ਤੇ ਫਿਰ ਦੇਣਾ, ਜੋ ਮੇਰਾ ਹਿਸਾਬ ਬਣਦਾ ਦਿਓ। ਤੇ ਗੈਬੀ ਆਵਾਜ਼ ਆਖਿਆ ਹਿਸਾਬ ਇਹ ਬਣਦਾ ਜਿਹੜੀ ਸਿਲਾ ਤੇ 12 ਸਾਲ ਤੂੰ ਬੈਠ ਕੇ ਸਿਲਾ ਨੂੰ ਦਬਾਇਆ, ਉਹ ਸਿਲਾ ਹੁਣ 12 ਸਾਲ ਤੇਰੇ ਉੱਤੇ ਰੱਖੀ ਜਾਏ। ਹੁਣ ਤੌਬਾ ਕਰ ਉਠਿਆ, हे ਪ੍ਰਭੂ ਇਹ ਨਾ ਕਰਿਓ। ਤੇ ਕਹਿੰਦੇ ਜੇ ਹਿਸਾਬ ਦੀ ਦੁਨੀਆ 'ਚ ਜਾਏਗਾ ਤੇ ਇੰਜ ਹੀ ਹੋਵੇਗਾ। ਖਿਮਾ ਮੰਗੀ, ਮੁਆਫੀ ਮੰਗੀ। ਇਹ ਸੱਚ ਹੈ ਵੀ ਮਾਲਕ ਦੇ ਦਰ ਤੇ ਹਿਸਾਬ ਦੇ ਰਾਹ ਨਾ ਚੱਲਿਓ। ਮਾਲਕ ਰਹਿਮਤ ਕਰਦਾ, ਸ਼ਰਨ ਆਏ ਨੂੰ ਬਚਾ ਲੈਂਦਾ ਹੈ ਜੀ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਜੋ ਆਪਣੇ ਨੇ ਨਾ ਵਾਹਿਗੁਰੂ ਦੇ ਹੋ ਗਏ। ਮੈਂ ਤੇਰਾ ਹੋ ਗਿਆ, ਤੂੰ ਮੇਰਾ ਬਣ ਗਿਆ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੂੰ ਮੈਂ ਤੂੰ ਦੀ ਅਵਸਥਾ ਵਿੱਚ ਜਾ ਕੇ ਇੱਕ ਮਿਕ ਹੋ ਗਏ। ਉਹਨਾਂ ਨੂੰ ਪਰਮੇਸ਼ਵਰ ਨੇ ਆਪਣਾ ਕਰ ਲਿਆ। ਤੇ ਮੇਰੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਪਣਾ ਕਰ ਲੈਂਦੇ ਨੇ, ਹਾਥ ਦੇ ਰਾਖੇ ਕਰ ਆਪਣੇ, ਆਪਣਿਆਂ ਨੂੰ ਹੱਥ ਦੇ ਕੇ ਰੱਖ ਲੈਂਦਾ। ਆਪਣੀ ਅਸੀਸ ਬਖਸ਼ਿਸ਼ ਸ਼ਕਤੀ ਦਾ ਉਹ ਐਸਾ ਹੱਥ ਰੱਖਦਾ, ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਣ ਦਿੰਦਾ। ਸਦਾ ਸਦਾ ਰੰਗ ਮਾਨ, ਉਹ ਸਦੀਵੀ ਰੰਗ ਮੰਨਦੇ ਨੇ, ਖੁਸ਼ੀਆਂ ਮੰਨਦੇ ਨੇ, ਜ਼ਿੰਦਗੀ ਆਨੰਦਿਤ ਕਰ ਲੈਂਦੇ ਹਨ ਜੀ। ਸਾਚਾ ਸਾਹਿਬ ਸਦ ਮਿਹਰਵਾਨ। ਇੱਕ ਤੇ ਇਹ ਜਾਣਿਓ ਉਹ ਹੈ ਸਾਡਾ ਸਾਹਿਬ, ਪਰ ਦੁਨੀਆ ਦੇ ਸਾਹਿਬਾਂ ਤਰ੍ਹਾਂ ਨਹੀਂ। ਅੱਜ ਸਾਹਿਬ ਕੋਈ ਹੋਰ, ਮਰ ਗਿਆ ਤੇ ਕੱਲ ਨੂੰ ਬਣ ਗਿਆ ਸਾਹਿਬ ਕੋਈ ਹੋਰ। ਕਿਸੇ ਦਾ ਕੋਈ ਸਾਹਿਬ ਤੇ ਕਿਸੇ ਦਾ ਕੋਈ ਸਾਹਿਬ ਨਹੀਂ। ਸਾਚਾ ਸਾਹਿਬ ਏਕੋ ਹੈ, ਉਹ ਜੋ ਵਾਹਿਗੁਰੂ ਸਦੀਵੀ ਕਾਇਮ ਰਹਿਣ ਵਾਲਾ। ਸਾਚਾ ਦੇ ਅਰਥ ਨੇ ਜੋ ਸਦੀਵੀ ਕਾਇਮ ਰਹਿਣ ਵਾਲਾ, ਤੇ ਸਾਹਿਬ ਦੇ ਅਰਥ ਨੇ ਜੋ ਸਭ ਦਾ ਮਾਲਕ, ਸਭ ਦਾ ਪ੍ਰਤਪਾਲਕ। ਤੇ ਉਹ ਹੈ ਸਦ ਮਿਹਰਬਾਨ। ਮੈਂ ਬੇਨਤੀ ਕਰਦੇ ਹਾਂ ਉਹ ਮਿਹਰਬਾਨ ਕਦੀ ਕਦੀ ਨਹੀਂ, ਉਹ ਸਦੀਵੀ ਮਿਹਰਬਾਨ ਹੈ। ਇਹ ਮੈਂ ਬੇਨਤੀ ਕਰਦੇ ਹਾਂ ਜਿਹੜੇ ਸ਼ਰਨ ਵਿੱਚ ਚਲੇ ਜਾਂਦੇ ਨੇ ਨਾ, ਜੋ ਵਾਹਿਗੁਰੂ ਜੀ ਦੇ ਨਾਲ ਆਪਾ ਜੋੜ ਲੈਂਦੇ ਨੇ, ਉਹਨਾਂ ਤੇ ਇਤਨੀ ਮਿਹਰ ਕਰਦਾ ਹੈ। ਬਸ ਮਿਹਰਬਾਨਾਂ ਦੀ ਬਖਸ਼ਿਸ਼ ਨਾਲ ਝੋਲੀ ਭਰ ਦਿੰਦਾ। ਤੇ ਜਿਨ੍ਹਾਂ ਤੇ ਮੇਰਾ ਮਾਲਕ ਮਿਹਰ ਕਰਦਾ,
ਕਿਰਪਾਲਤਾ ਕਰਦਾ। ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਘਨੇ ਸੁਖ ਝੋਲੀ ਵਿੱਚ ਪਾਵਨ ਵਾਲਾ ਉਹ ਮਿਹਰਾਂ ਦਾ ਸਾਈਂ ਮੇਰਾ ਮਾਲਕ ਹੈ, ਜੋ ਸਦੀਵੀ ਸਭ ਦਾ ਇੱਕ ਰਸ ਮਾਲਕ ਬਣਿਆ ਰਹਿੰਦਾ ਹੈ ਜੀ। ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਪੂਰੇ ਸਤਿਗੁਰੂ ਦੀ ਸੰਗਤ ਕਰਦਿਆਂ ਪੜ੍ਹਦਿਆਂ ਗੁਰ ਸ਼ਬਦ ਰਾਹੀਂ ਕਰਤੇ ਨਾਲ ਜੁੜਦਿਆਂ ਜਿਨ੍ਹਾਂ ਦਾ ਜੀਵਨ ਬਤੀਤ ਹੁੰਦਾ, ਮੇਰੇ ਸਾਹਿਬ ਕਹਿੰਦੇ ਨੇ ਉਹਨਾਂ ਤੇ ਮੇਰੇ ਸਤਿਗੁਰੂ ਇੱਕ ਐਸੀ ਰੱਖਿਆ ਦਾ ਬੰਨਾ ਲਗਾ ਦਿੰਦੇ ਨੇ ਕਿ ਕੋਈ ਦੁੱਖ ਨਹੀਂ ਆਉਂਦਾ। ਹੋਈ ਸਰਬ ਕਲਿਆਣ। ਮੈਂ ਬੇਨਤੀ ਕਰਦੇ ਹਾਂ, ਇੱਕ ਦੁੱਖਾਂ ਦਾ, ਸਰੀਰਕ ਰੋਗਾਂ ਦਾ ਬੰਨਾ ਲਗਾ ਦਿੱਤਾ, ਇੱਕ ਮਾਨਸਿਕ ਵਿਕਾਰਾਂ ਤੋਂ ਵਾਹਿਗੁਰੂ ਨੇ ਰਹਿਮਤ ਕਰਕੇ ਆਪਣੇ ਸੇਵਕ ਨੂੰ 5 ਵਿਕਾਰਾਂ ਤੋਂ, ਔਗਣ ਵਿਕਾਰਾਂ ਤੋਂ ਐਸਾ ਬੰਨਾ ਪਾ ਦਿੱਤਾ। ਹੁਣ ਸਰਬ ਕਲਿਆਣ ਬਣ ਗਈ। ਥੋੜੀ ਗੱਲ ਧਿਆਨ ਚ ਰੱਖਿਓ, ਕਈਆਂ ਕੋਲ ਸਰੀਰਕ ਸੁੱਖ ਨੇ ਪਰ ਮਾਨਸਿਕ ਸੁੱਖ ਨਹੀਂ, ਕਈਆਂ ਕੋਲ ਮਾਨਸਿਕ ਸੁੱਖ ਨੇ ਪਰ ਸਰੀਰਕ ਸੁੱਖ ਨਹੀਂ। ਪਰ ਮੇਰੇ ਮਾਲਕ ਰਹਿਮਤ ਕਰਨ, ਉਹ ਸਰਬ ਕਲਿਆਣ ਕਰਦੇ। ਸਰੀਰਕ ਸੁੱਖ ਵੀ ਹੋਵਨ, ਮਾਨਸਿਕ ਸੁੱਖ ਵੀ ਹੋਵਨ, ਅੰਤਰ ਸ਼ਾਂਤੀ ਵੀ ਹੋਵੇ। ਅੱਜ ਲੋੜ ਹੈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਰੋਗੀ ਕਾ ਪ੍ਰਭ ਖੰਡੋ ਰੋਗ, ਐ ਮੇਰੇ ਮਾਲਕ ਰਹਿਮਤ ਕਰੋ। ਇਹਨਾਂ ਸੰਸਾਰਕ ਅੱਜ ਸਰੀਰਕ ਰੋਗਾਂ ਤੋਂ ਵੀ ਆਪ ਰੋਗੀਆਂ ਦਾ ਰੋਗ ਖੰਡਨ ਕਰ ਦਿਓ। ਰੋਗੀ ਕਾ ਖੰਡੋ ਪ੍ਰਭ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇਂ को तुम थान बिठावो, दास अपने को भगती लावो। सतगुरु रहमत करते ने, बन्ना लगा देंदे ने दुखां तो, औगण विकारां तो, ते सर्व कल्याण सदा खुशियां खेड़े आनंदित आज़ाद जिंदगी बन जाती है। एक बेनती करा, अगर औगणां दे बंधन विच पै गए ते कल्याण नहीं, औगण विकारां दुखां तो मुक्ति नहीं। अगर गुरु की शरण विच पै गए, वो जो बंधन हौमे दा ते विकारां दा दुरव्यास ना मालक ने कट दिता। जिंदगी आनंददायक मुक्त जिंदगी, सर्व कल्याण खुशियां भरी जिंदगी बन गई जी। रहाओ जियो पाए पिंड जिन साजिया, दिता पैनन खान। जरा झात मारिए, ये शरीर दा लोथड़ा एक दिन करते बनाया, गंढिंदिया 6 माह 6 महीने इसनूं पूरन शरीरक बनतर बनाउंदियां करते ने ये पिंड बनाया। फिर इस विच जन्म लैन तो पहला ही जियो भी नाल पा दिता। जियो पाए पिंड जिन साजिया, किड्डी सोहनी बनतर बनाई है, सिर उत्ते लाया, अखां सामने लाइया, किवें नक मूँह, किवें हाथ पैर, ते शरीर दी कितनी सुंदर बनतर करते बनाई, साजिया इसनूं। फिर इत्थे बस नहीं कर देती भी जन्म दे के आप जिम्मेवारी तो पासे हो जाता, ते सवास सवास देंदियां जिंदगी चलाई। फिर अकेला जिंदा ही नहीं रखिया, पहनन वास्ते तन दे कपड़े दिते। मैं बेनती करदे हां, मनुख दा भावें गरीब तो गरीब घर भी क्यों ना होवे, तन ते ढक्कण नूं उस नूं भी कपड़े दिते ने, दिता पहनन ते खान भोजन भी दिता। वाह करता। मैं जरा झात मारा ना अपने इस जीवन वाल भी, बाकी ते जो कुछ दिता उस नूं जरा एक पासे रख लेवां, पर शरीरक जिंदा रहन वाली अवस्था विच
ਤੁਸੀਂ ਕਿਵੇਂ ਅੰਦਰ ਜੀਓ ਪਾਇਆ, ਇਸ ਪਿੰਡੇ ਨੂੰ ਸਰੀਰ ਨੂੰ ਸਾਜਿਆ ਤੇ ਪਹਿਨਣ ਖਾਨ ਦਾ ਮੇਰੇ ਜ਼ਿੰਦਗੀ ਵਿੱਚ ਅੱਜ ਤੱਕ ਸਾਰਾ ਸੰਬੰਧ ਤੇ ਪ੍ਰਬੰਧ ਕੀਤਾ ਹੈ ਜੀ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਇੱਕ ਗੱਲ ਧਿਆਨ 'ਚ ਰੱਖਿਓ, ਪਹਿਨਣ ਖਾਨ ਤੇ ਜੀਓ ਤੇ ਪਿੰਡਾ ਤੇ ਸਾਰੇ ਸੰਸਾਰ ਦਾ ਬਣਾਇਆ, ਪਰ ਜਿਹੜੇ ਉਸ ਦੇ ਦਾਸਰੇ ਬਣ ਗਏ ਨਾ, ਆਪਣੇ ਦਾਸ ਕੀ ਆਪ ਪੈਜ ਰਾਖੀ, ਆਪਣਾ ਦਾਸਰਾ ਆਪੇ ਮੁੱਲ ਲਿਓ। ਮੈਂ ਬੇਨਤੀ ਕਰਾਂ ਮਾਲਕ ਨੇ ਆਪਣੇ ਦਾਸਰੇ ਨੂੰ ਆਪ ਹੀ ਇਸ ਜੀਵਨ ਵਿੱਚ ਐਸੀ ਬਖਸ਼ਿਸ਼ ਰਹਿਮਤ ਕਰਕੇ ਆਪਣਾ ਬਣਾ ਲਿਆ। ਤੇ ਜਿਹੜੇ ਹਰੀ ਦੇ ਦਾਸ ਨੇ ਨਾ, ਉਹ ਪਤਾ ਕੀ ਕਰਦੇ ਨੇ, ਹਰ ਕੇ ਦਾਸ ਹਰ ਧਿਆਨ ਦੇ ਕਰ ਪ੍ਰੀਤਮ ਸਿਉਨੇ ਹੋ, ਆਪਣੇ ਪਿਆਰੇ ਪ੍ਰੀਤਮ ਨਾਲ ਪਿਆਰ ਕਰਦੇ ਨੇ, ਉਹਦਾ ਆਰਾਧਨ ਕਰਦੇ ਨੇ। ਇਹ ਗੱਲ ਧਿਆਨ 'ਚ ਰੱਖਿਓ, ਬਾਕੀਆਂ ਦਾ ਲੇਖਾ ਜੋਖਾ ਭੋਜਨ ਤੇ ਕੱਪੜਾ ਤੇ ਸਰੀਰ ਤੇ ਸਵਾਸ ਦੇ ਕੇ ਭਾਵੇਂ ਚਲਾਂਦਾ, ਪਰ ਦੋਸ਼ੀ ਗੁਨਾਹਗਾਰ ਪਾਪੀ ਚੋਰ ਉਹਨਾਂ ਨੂੰ ਦਾਨ ਵੀ ਦਿੰਦਾ ਤੇ ਦੰਡ ਵੀ ਦਿੰਦਾ। ਪਰ ਜਿਹੜੇ ਦਾਸਰੇ ਬਣ ਗਏ ਉਹਨਾਂ ਨੂੰ ਪਹਿਨਣ ਖਾਨ ਸਵਾਸ ਦਿੰਦਿਆਂ ਨਾਮ ਦੀ ਦਾਤ ਦਿੰਦਾ ਤੇ ਆਪਣੇ ਦਾਸਾਂ ਦੀ ਇੱਜ਼ਤ ਪੈਜ ਰੱਖ ਲੈਂਦਾ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਐਸੇ ਮਾਲਕ ਸਾਹਿਬ ਤੋਂ ਮੈਂ ਸਦਕੇ ਸਦਕੇ ਬਲਹਾਰ ਜਾਵਾਂ। ਕਿਉਂ ਨਾ ਤੇਰਾ ਆਰਾਧਨ ਕਰਾਂ, ਕਿਉਂ ਨਾ ਤੇਰੇ ਨਾਲ ਸੁਰਤ ਜੋੜ ਲਵਾਂ, ਕਿਉਂ ਨਾ ਤੈਨੂੰ ਅੰਗ ਸੰਗ ਜਾਣਾ, ਕਿਉਂ ਨਾ ਤੈਨੂੰ ਹਰ ਸਾਹ ਵਿੱਚ ਬਿਠਾ ਲੇਵਾਂ। ਇਹ ਗੱਲ ਸੱਚ ਹੈ, ਅਗਰ ਸਾਹ ਵਿੱਚ ਬਿਠਾ ਲਈਏ, ਮੈਂ ਬੇਨਤੀ ਕਰਾਂ ਸਾਡੇ ਸਵਾਸਾਂ ਨੂੰ ਕੋਈ ਖਤਰਾ ਨਹੀਂ ਪੈਦਾ ਹੋਣ ਦੇਵੇਗਾ। ਉਹ ਮਾਲਕ ਆਪਣੇ ਦਾਸਰਿਆਂ ਦੀ, ਆਪਣੇ ਸੇਵਕਾਂ ਦੀ ਆਪ ਫੈਜ਼ ਇੱਜ਼ਤ ਰੱਖ ਲੈਂਦਾ। ਉਹ ਇੱਜ਼ਤ ਲੋਕ ਵਿੱਚ ਵੀ ਬਣਾਈ ਰੱਖਦਾ, ਉਹ ਇੱਜ਼ਤ ਪਰਲੋਕ ਵਿੱਚ ਵੀ ਬਣਾਈ ਰੱਖਦਾ। ਇਸ ਸੰਸਾਰ ਵਿੱਚ ਵੀ ਉਸ ਨੂੰ ਬੇਇੱਜ਼ਤ ਨਹੀਂ ਹੋਣ ਦਿੰਦਾ, ਪਰਲੋਕ ਵਿੱਚ ਵੀ ਧਰਮ ਰਾਜ ਦੀ ਕਚਹਿਰੀ ਵਿੱਚ ਪੇਸ਼ ਨਹੀਂ ਹੋਣ ਦਿੰਦਾ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਉਸ ਤੋਂ ਬਲਹਾਰ ਜਾਈਏ ਜੀ। ਇਹ ਸੀ ਅੱਜ ਦੇ ਪਾਵਨ ਹੁਕਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਸ਼ਬਦ ਵਿਚਾਰ ਤੇ ਭਾਵ। ਆਓ ਇਸ ਤੋਂ ਅੱਗੇ ਲੜੀਵਾਰ ਚੱਲ ਰਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿਚਾਰ, ਜੋ ਗੌਂਡ ਰਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ 871 ਅੰਗ ਤੇ ਸੁਭਾਈ ਮਨ ਸ਼ਬਦ ਹੈ। ਆਓ ਉਸ ਨਾਲ ਜੁੜਨਾ ਕਰੀਏ ਜੀ। ਗੂੰਡ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ। ਬਈ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਗਤ ਕਬੀਰ ਦੇ ਬੋਲਾਂ ਰਾਹੀਂ ਕਿਸ ਢੰਗ ਦਾ ਅਲੰਕਾਰ ਪੇਸ਼ ਕਰਕੇ ਗੱਲ ਸਮਝਾਉਂਦੇ ਨੇ। ਲੋਕ ਕਹਿੰਦੇ ਨੇ ਮੈਂ ਮਾਇਆ ਦਾ ਪਤੀ ਹਾਂ, ਮਾਇਆਪਤੀ। ਕੋਈ ਲੱਖਪਤੀ, ਕੋਈ ਕਰੋੜਪਤੀ, ਕੋਈ ਅਰਬ ਖਰਬਪਤੀ, ਮਾਲਕ ਮਾਇਆ ਦੇ ਬਣੇ, ਮਾਇਆ ਦੇ ਪਤੀ ਖਸਮ ਬਣੇ। ਤੇ ਹਜ਼ੂਰ ਕਹਿੰਦੇ ਨੇ ਬਈ ਕਮਾਲ ਦੀ ਗੱਲ ਹੈ, ਜਿਹੜਾ ਅੱਜ ਖਸਮ ਬਣਿਆ ਨਾ, ਮਾਇਆ ਦਾ ਪਤੀ ਬਣਿਆ, ਉਹ ਤੁਰ ਗਿਆ, ਸਮਾਂ ਆਇਆ ਉਹ ਮਰ ਗਿਆ। ਤੇ ਜਿਸ ਦਾ ਪਤੀ ਬਣਿਆ ਸੀ ਨਾਰ ਮਾਇਆ, ਉਹ ਰੋਂਦੀ ਨਹੀਂ ਹੈ, ਮੇਰਾ ਮਾਲਕ ਮਰ ਗਿਆ। ਬਾਹਰ ਦੀ ਹਕੀਕਤ ਹੈ ਨਾ, ਕਿਸੇ ਦਾ ਪਤੀ ਚਲਾ ਜਾਏ ਤੇ ਔਰਤ ਤੋਂ ਸਾਹਸ ਨਹੀਂ ਭਰਿਆ ਜਾਂਦਾ, ਰੋਂਦੀ ਹੈ ਵੀ ਇਹ ਕੈਸੀ ਔਰਤ ਹੈ, ਇਹ ਕੈਸੀ ਨਾਰ ਹੈ, ਇਸ ਦਾ ਖਸਮ ਮਰ ਗਿਆ। ਇਹ ਰੋਂਦੀ ਨਹੀਂ ਹੈ। ਕਿਉਂ? ਖਸਮ ਮਰਾ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ। ਉਹ ਕਹਿੰਦੀ ਹੈ ਵੀ ਇੱਕ ਮਰ ਗਿਆ, ਅੱਗੇ 3-4 ਹੋਰ ਮੇਰੇ ਮਾਲਕ ਬਣਨ ਨੂੰ ਤਿਆਰ ਬਹਿੰਦੇ। ਮੇਰੇ ਮਾਲਕ ਅੱਗੋਂ
ਹੋਰ ਬਣ ਜਾਣੇ ਨੇ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ, ਉਸ ਦਾ ਫਿਰ ਰਖਵਾਰਾ ਅਗਾਂ ਜੋ ਵਾਰਸ ਹੁੰਦੇ ਨੇ ਉਹ ਬਣ ਜਾਂਦੇ ਹਨ ਜੀ। ਰਖਵਾਰੇ ਕਾ ਹੋਏ ਬਿਨਾਸ਼, ਆਗੈ ਨਰਕ ਇਹਾ ਭੋਗ ਬਿਲਾਸ। ਬਣਿਆ ਸੀ ਮਾਇਆ ਦਾ ਰਖਵਾਲਾ, ਆਪ ਹੀ ਤੁਰ ਗਿਆ। ਧਿਆਨ 'ਚ ਰੱਖਿਓ, ਰੱਖਿਆ ਕਰਨ ਲੱਗਾ ਮਾਇਆ ਦੀ, ਆਪਣੀ ਰੱਖਿਆ ਹੀ ਨਾ ਕਰ ਸਕਾ ਤੇ ਰਖਵਾਰੇ ਦਾ ਵਿਨਾਸ਼ ਹੋ ਗਿਆ। ਮੈਂ ਬੇਨਤੀ ਕਰਾਂ, ਰੱਖਿਆ ਕਰਨੀ ਸੀ ਔਗਣਾਂ ਤੋਂ, ਵਿਕਾਰਾਂ ਤੋਂ, ਤੇ ਰੱਖਿਆ ਕਰਦਾ ਰਿਹਾ ਵੀ ਮਾਇਆ ਇਹ ਕਿਤੇ ਚਲੀ ਨਾ ਜਾਏ। ਮੈਂ ਬੇਨਤੀ ਕਰਦੇ ਹਾਂ, ਇਹ ਸੱਚ ਹੈ। ਉਹ ਰਖਵਾਰਾ ਜਦੋਂ ਤੁਰ ਜਾਂਦਾ ਹੈ ਤੇ ਅੱਗੇ ਮਿਲੇਗਾ ਕਿ ਉਸ ਨੂੰ ਆਗੇ ਨਰਕ ਇਹਾਂ ਭੋਗ ਬਿਲਾਸ। ਇੱਥੇ ਤੇ ਬੜੇ ਭੋਗ ਬਿਲਾਸ, ਐਸ਼ੋ ਇਸ਼ਰਤ, ਖਾਣ ਪੀਣ ਦੀ ਮੌਜ ਮਸਤੀ ਮਾਣਦਾ ਰਿਹਾ, ਨਾਮ ਦੀ ਮਸਤੀ ਤੇ ਮਾਨੀ ਹੀ ਕੋਈ ਨਾ। ਤੇ ਹਜ਼ੂਰ ਕਹਿੰਦੇ ਨੇ ਆਪਣਾ ਲੋਕ ਵੀ ਗਵਾ ਲਿਆ, ਪਰਲੋਕ ਵੀ ਗਵਾ ਲਿਆ। ਅਗਾਂ ਉਸ ਨੂੰ ਦੁੱਖਾਂ ਭਰੀ ਜ਼ਿੰਦਗੀ ਦਾ ਇੱਕ ਜਹਾਨ ਹੋਰ ਸ਼ੁਰੂ ਹੋ ਜਾਂਦਾ ਹੈ ਜੀ। ਏਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ। ਕਹਿੰਦੇ ਇਹ ਐਸੀ ਸੁਹਾਗਣ ਦੇਖੀ ਹੈ ਵੀ ਇਹ ਕਦੀ ਰੰਡੇਪੇ 'ਚ ਨਹੀਂ ਆਂਦੀ, ਕਿਉਂਕਿ ਇਹ ਸਾਰੇ ਜੀ ਜਨਤਾਂ ਦੀ ਨਾਰੀ, ਪਹਿਲਾਂ ਦਾਦੇ ਦੀ ਨਾਰੀ, ਫਿਰ ਪਿਤਾ ਦੀ ਨਾਰੀ, ਫਿਰ ਪੁੱਤਰ ਦੀ ਨਾਰੀ, ਫਿਰ ਪੋਤਰੇ ਦੀ ਨਾਰੀ, ਇਹ ਸਾਰੇ ਸੰਸਾਰ ਦੀ ਐਸੀ ਔਰਤ ਬਣੀ ਰਹਿੰਦੀ ਏ, ਪਤਨੀ ਬਣੀ ਰਹਿੰਦੀ ਏ ਵੀ ਇਸ ਸੰਸਾਰ ਵਿੱਚ ਇਸ ਮਾਇਆ ਨੇ, ਮੈਂ ਬੇਨਤੀ ਕਰਾਂ, ਆਪਣਾ ਸੁਹਾਗ, ਆਪਣਾ ਖਸਮ, ਆਪਣਾ ਮਾਲਕ ਕਦੀ ਉਜੜਨ ਹੀ ਨਹੀਂ ਦਿੱਤਾ। ਬਈ ਇਸ ਮਾਇਆ ਪਿੱਛੇ ਇਹ ਭਲਿਓ ਆਪਣਾ ਜੀਵਨ ਬਤੀਤ ਕਰੀ ਜਾ ਰਹੇ ਹੋ, ਜੋ ਸਾਰੇ ਜੀ ਜੰਤ ਦੀ ਨਾਰੀ ਬਣੀ ਹੋਈ ਹੈ ਜੀ। ਰਹਾਉ ਵਿਸ਼ਰਾਮ ਦੇ ਕੇਂਦਰੀ ਭਾਵ ਨੂੰ ਸੰਬੋਧਨ ਕਰਦੇ ਹਾਂ ਹਜ਼ੂਰ ਅੱਗੇ ਫਰਮਾਉਂਦੇ ਹਨ ਜੀ। ਸੁਹਾਗਨ ਗਲ ਸੋਹੈ ਹਾਰ। ਇਸ ਸੁਹਾਗਨ ਦੇ ਗਲ ਹਾਰ ਸੋ ਰਿਹਾ, ਜਿਵੇਂ ਕੋਈ ਗਲੇ ਵਿੱਚ ਹਾਰ ਪਾ ਕੇ ਬੜੀ ਸ਼ੋਭਨੀਕ ਬਣਦੀ ਹੋਵੇ, ਤਿਵੇਂ ਇਹ ਮਾਇਆ ਐਸਾ ਪ੍ਰਭਾਵ ਪਾਉਂਦੀ ਹੈ। ਮੈਂ ਬੇਨਤੀ ਕਰਾਂ, ਛੋਟੇ ਜਿਹੇ ਬੱਚੇ ਤੋਂ ਹੀ ਇਸ ਮਾਇਆ ਦਾ ਪ੍ਰਭਾਵ ਦੇਖ ਸਕਦੇ ਹੋ। ਉਸ ਹੱਥ ਤੁਸੀਂ ਕੋਈ ਨੋਟ ਪਕੜਾ ਦਿਓ, ਉਸੇ ਤਰ੍ਹਾਂ ਦਾ ਇੱਕ ਕਾਗਜ਼ ਪਕੜਾ ਦਿਓ, ਬੱਚਾ ਕਾਗਜ਼ ਪਰਾਂ ਵਗਾ ਮਾਰੇਗਾ, ਨੋਟ ਵੱਲ ਉਸ ਦੀ ਖਿੱਚ ਹੋਵੇਗੀ। ਜਿਉਂ ਬਚਪਨ ਤੋਂ ਜ਼ਿੰਦਗੀ ਦਾ ਪੜਾਅ ਸ਼ੁਰੂ ਹੋਇਆ, ਇਸ ਮਾਇਆ ਨੇ ਆਪਣਾ ਪ੍ਰਭਾਵ ਸਾਰੇ ਸੰਸਾਰ ਉਤੇ ਪਾਇਆ ਜੀ। ਸੰਤ ਕੋ ਬਿਖ ਬਿਗਸੈ ਸੰਸਾਰ। ਜਿਹੜੇ ਸੰਤ ਜਨ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਦੇ ਮਾਲਕ ਜਨ, ਉਹਨਾਂ ਨੂੰ ਜ਼ਹਿਰ ਲੱਗਦੀ ਹੈ। ਸੰਤ ਕੋ ਬਿਖ, ਉਹਨਾਂ ਨੂੰ ਪਤਾ ਹੈ ਇਹ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, इसकी सेवा जो करे तिस ही को फिर खाए। भला सप नूं दुध पियाइए, वो मित्र बनेगा कि दुध दी भी जहर बना के डंग मारेगा। ये बिख है, ये माया जहर है, पर संसार विगसदा है। संत को बिख बिगसै संसार। मैं एक बेनती कर दिया, ਇਸ ਦਾ ਮਤਲਬ ਇਹ ਨਾ ਸਮਝਿਓ ਮਾਇਆ ਨੂੰ ਘਰੋਂ ਬਾਹਰ ਕੱਢ ਦੇਣਾ, ਮਾਇਆ ਛੱਡ ਦੇਣੀ ਹੈ। ਨਹੀਂ, ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ, ਮਾਇਆ ਗੁਜਰਾਨ ਬਣੀ ਰਹੇ, ਮਾਇਆ ਨਾਲ ਮੋਹ ਮਮਤਾ ਨਾ ਜੁੜੇ। ਇਹ ਗੱਲ ਥੋੜੀ ਧਿਆਨ 'ਚ ਰੱਖਿਓ। ਇਸ ਮਾਇਆ ਬਿਨਾ ਨਾ ਘਰ ਚੱਲਦਾ ਹੈ, ਨਾ ਆਇਆ ਪ੍ਰਾਹੁਣਾ ਘਰੋਂ ਕੁਝ ਖਾ ਸਕਦਾ ਹੈ। ग्रह शोभा जाकरे नाहे, आवत पहिया खूते जाहे, वाकै अंतर नहीं संतोख, बिन सुहागन लागै दोख। ये माया हर एक नूं चाहिदी है, पर हजूर एक गल कहंदे ने,
ਇਸ ਨਾਲ ਜਦੋਂ ਮੋਹ ਮਮਤਾ ਪਾ ਕੇ ਦਿਨ ਰਾਤ ਅੰਦਰ ਆਰਾਧਨ ਕਰਨਾ ਸੀ, ਮਾਇਆਪਤੀ ਦਾ ਆਰਾਧਨ ਕਰਨ ਲੱਗ ਪਏ। ਮਾਇਆ ਮਨੋ ਨ ਵਿਸਰੈ, ਮੰਗੈ ਦਮਾ ਦਮ ਰਿਦ ਅੰਤਰ। ਮਾਇਆ ਮਾਇਆ ਸੇ ਸਾਹਿਬ ਕਹਿੰਦੇ ਨੇ ਸੰਸਾਰ ਵਿਗਸਦਾ ਹੈ, ਤੇ ਜੋ ਸੰਤ ਜਨ ਨੇ ਉਹਨਾਂ ਨੂੰ ਪਤਾ ਹੈ ਇਹ ਵਿਖ ਦੀ ਤਰ੍ਹਾਂ ਹੈ, ਇਹ ਜ਼ਹਿਰ ਦੀ ਤਰ੍ਹਾਂ ਹੈ। तो संत को बिख बिगसै संसार। कर सीगार बह पखियारी, संत की ठिठकी फिरै बेचारी। कर शिगार बह पखियारी, पखियारी ਦੇ ਅਰਥ ਨੇ ਵੇਸ਼ਵਾ। ਜਿਵੇਂ ਵੇਸ਼ਵਾ ਤਨ ਵੇਚਣ ਵਾਲੀ ਔਰਤ ਖੂਬਸੂਰਤ ਸੱਜ ਧੱਜ ਕੇ ਬੈਠਦੀ ਹੈ, ਕਹਿੰਦੇ ਨੇ ਇਹ ਮਾਇਆ ऐसी पखियारी वेशवा की तरह है। और इस वेशवा की तरह माया ने सारे संसार नू अपने वाल खिंचिया। और संत की ठिठकी फिरै बिचारी, जो संत जन ने ठिठकी के अर्थ ने फिटकार दे ने, वो अंदर इस नू आदर सत्कार नहीं देंदे। कबीर जी की कहते ने, कबीर आई मुझे पै अनक करे कर भेस, हम राखे गुर अपने उन कीनो आदेश। आई मेरे कोल बड़े भेख बड़े वेश बना के, पर कहन लगे मैं इस नू समझदा सा भी ये ते भैड़ी है। एक बारी भगत कबीर कोल आई, कहंदी जी मैनू स्वीकार कर लो। कहंदे दौड़ जा, तू जहर भरी है। कहंदे अच्छा मेरा तमाशा वेख लो। कहते ने माया थैली बन के रस्ते च पई है। चार दोस्त व्यापार नू चले, उन्हें माया वेखी, ध्यान च रखियो, थैली मोहरां दी भरी पई वेखी, चुक लई। कहते ने आ तां बड़ा सुभाग है, माया दा व्यापार करन चले सां अते रस्ते च ही माया नगद ही माया मिल गई। कहते ने वंड लईए आपस विच, ये चारे वंड लईए। हुण सलाह करते ने पहला रोटी खा लीए, नगर आया राशन पानी लै आइए, रोटी पानी खा लीए, भुख लगी है, फिर वंडदे आ। लो दो जने रोटी लैन राशन पानी लैन चले गए, दो इंतजार विच बैठ गए। ये दो जो राशन लैन गए सी सलाह करते ने आटे विच जहर मिला के रोटियां पका के उन्होंने खवा देंगे, वो दोनों मर जाएंगे, माया दी वंड लांगे। कहते गल तो ठीक है। साथी कहता इधर ये सलाह करते ने, वो जदों आउंदियां सार उन्हां दे गले घुट दईए, माया वंड लवांगे। ध्यान च रखियो, राशन लैके आए, आउंदियां दोहां नूं पकड़ लिया, गले दबाए ते मार दिता। आप जदों रोटी पका के खाधी, आप भी उत्थे ही मर गए। हुण माया कहंदी देखिया जे मेरा तमाशा, कहते मैं तेन जानना, सरपनी ते ऊपर नहीं बलिया, जिन ब्रह्मा विष्ण महादेव छलिया। मार मार सरपनी निर्मल जल पैठी, जिन त्रै भवन डसियले, मैं गुर प्रसाद डिठी। सरपनी सरपनी क्या कहो भाई, जिन साच पछाणिया तिन सरपनी खाई। बाकियां नूं सरपनी खा गई, भगत जनां नूं सेवक जनां नूं समझ आ गई, वो सरपनी नूं खा गए। भाव इस माया दे प्रभाव तो बच गए। ये माया जदों आउंदी हंकारी बनाउंदी, तृष्णालु बनांदी, ये किरपन बनांदी, शूम बनांदी, ये विकारी बनांदी, ये रब नूं भुलांदी ते आपस विच वैर कमांदी। ध्यान च रख लियो, धन गुरु अर्जन देव पातशाह की लिखते ने, प्राण मान दान मग जो हुण हीत चीत दे ले पारी। साजन सैन मीत सुत भाई, ताहू तेले रखी निरारी। धावन पावन
ਪ੍ਰਾਨ ਮਾਨ ਦਾਨ ਮਗ ਜੋ ਹੁਣ ਬਟਵਾਰਾ ਬਣ ਗਿਆ। ਮਗ ਰਸਤਾ ਜੋ ਹੁਣ ਲੁੱਟਣ ਵਾਲਾ, ਰਸਤੇ ਵਿੱਚ ਖਲੋ ਕੇ ਲੁਟੇਰਾ ਵੀ ਬਣ ਗਿਆ। ਹੀਤ ਬੜਾ ਹਿੱਤ ਜਤਾਇਆ, ਬੜਾ ਪਿਆਰ ਜਤਾਇਆ, ਹੈ ਤੇ ਝੂਠਾ ਸੀ, ਮਾਇਆ ਪਿੱਛੇ ਸੀ, ਇਹ ਵੀ ਰਸਤਾ ਅਖਤਿਆਰ ਕੀਤਾ। ਤੇ ਚੀਤ ਤੇ ਵਪਾਰੀ ਲੋਕਾਂ ਨੇ ਬੜਾ ਚਿੱਤ ਦਿੱਤਾ, ਬੜਾ ਸੋਚਿਆ ਵਿਚਾਰਿਆ ਕਿਵੇਂ ਪੈਸਾ ਕਮਾਉਣਾ, ਕਿਵੇਂ ਕਿਸ ਢੰਗ ਨਾਲ ਹੇਰਾ ਫੇਰੀ ਕਰਕੇ ਕਿੱਥੋਂ ਮਾਲ ਖਰੀਦ ਕੇ ਕਿਵੇਂ ਪੈਸਾ ਕਮਾਉਣਾ। ਤੇ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਇਹ 6 ਤਰੀਕੇ ਅਪਣਾ ਕੇ ਮਨੁੱਖ ਮਾਇਆ ਦੇ ਰਾਹ ਤੇ ਚੱਲ ਪਿਆ ਤੇ ਸੰਸਾਰੀ ਲੋਕਾਂ ਨੂੰ ਇਸ ਮਾਇਆ ਨਾਲ ਇਤਨਾ ਪਿਆਰ ਪੈ ਗਿਆ। ਪਰ ਸੰਤ ਕੀ ਠਿਠਕੀ ਫਿਰੈ ਵਿਚਾਰੀ, ਜਿਹੜੇ ਸੰਤ ਜਨ ਭਗਤ ਜਨ ਸਿਮਰਨ ਅਭਿਆਸੀ ਸਨ, ਉਹਨਾਂ ਫਿਟਕਾਰਿਆ ਮਾਇਆ ਨੂੰ, ਅੰਦਰ ਥਾਂ ਨਹੀਂ ਦਿੱਤੀ। ਅੰਦਰ ਵਾਹਿਗੁਰੂ ਜੀ ਹਿਰਦੇ ਵਿੱਚ ਸੁਰਤ ਵਿੱਚ ਬਿਠਾਏ ਤੇ ਫਿਰ ਸੰਤ ਜਨਾਂ ਦੀ ਫਿਟਕਾਰੀ ਹੋਈ। ਇਹ ਵਿਚਾਰੀ ਤੁਰੀ ਫਿਰਦੀ ਹੈ ਜੀ। ਸੰਤ ਭਾਗ ਉਹ ਪਾਛੈ ਪਰੈ, ਸੰਤ ਭਾਗ ਉਹ ਪਾਛੈ ਪਰੈ, ਸੰਤਾਂ ਦੇ ਮਗਰ ਦੌੜਦੀ ਹੈ। ਇਹ ਹਕੀਕਤ ਹੈ। ਕਉ ਕਬੀਰ ਜਿਉ ਤਿਆਗ ਦਈ ਤਬ ਉਹ ਚਰਨੀ ਆਏ ਪਈ। ये सच है। जब उसको कोई देवे मान तब आपस ऊपर रखा गमान। जब उसको कोई मन पर हरा तब वो सेवक सेवा करे। फिर सेवक बन के कहती है मैनू स्वीकार कर लो। उन्होंने दे संत जना दे ਇਹ ਮਗਰ ਮਗਰ ਤੁਰੀ ਫਿਰਦੀ ਹੈ ਜੀ। ਗੁਰ ਪ੍ਰਸਾਦੀ ਮਾਰੋ ਡਰੈ। ਪਰ ਗੁਰੂ ਦੀ ਕਿਰਪਾ ਨਾਲ ਸੰਤ ਜਨ ਇਸ ਦੇ ਪ੍ਰਭਾਵ ਵਿੱਚ ਨਹੀਂ ਆਉਂਦੇ। ਸੱਚਮੁੱਚ ਕੋਈ ਸੰਤ ਹੋਵੇ ਤਾਂ ਮੈਂ ਬੇਨਤੀ ਕਰਾਂ, ਇੱਥੇ ਭੇਖੀ ਪਖੰਡੀ ਸੰਤ ਦੀ ਗੱਲ ਨਹੀਂ। ਉਹ ਆਪਣੇ ਢੰਗ ਨਾਲ ਹੀ ਦਿਨ ਰਾਤ ਮਾਇਆ ਦੀ ਖਿੱਚ ਵਿੱਚ ਹੀ ਪੈ ਜਾਣ ਤੇ ਕਹਿੰਦੇ ਨੇ ਬੈਠਾ ਸੀ ਨਦੀ ਕਿਨਾਰੇ ਸਾਧ ਬਣ ਕੇ, ਹੈ ਭੇਖੀ ਸੀ। ਅੱਜ ਘਰ ਘਰ ਟੋਲਟਾਂ ਬਣ ਗਈਆਂ। ਮੈਂ ਬੇਨਤੀ ਕਰਾਂ, ਪਹਿਲੇ ਸਮੇਂ ਲੋਕ ਬਾਹਰ ਜੰਗਲ ਵਿੱਚ ਜਾਇਆ ਕਰਦੇ ਸੀ, ਖੇਤਾਂ ਵਿੱਚ ਜਾਇਆ ਕਰਦੇ ਸੀ। ਹੁਣ ਪਾਣੀ ਦੀ ਗੜਵੀ ਲੈ ਕੇ ਗਿਆ ਤਾਂ ਮੈਦਾਨ ਤੇ ਬਾਬਾ ਸਮਝਦਾ ਵੀ ਦੁੱਧ ਲੈ ਕੇ ਆਇਆ ਮੇਰੇ ਵਾਸਤੇ, ਧਿਆਨ 'ਚ ਰੱਖ ਲਿਓ। ਅੱਖਾਂ ਬੰਦ ਕਰਕੇ ਰਾਮ ਰਾਮ ਕਰਦਾ ਹੈ। ਉਹ ਅਗਾਂਹ ਲੰਘ ਗਿਆ, ਕਹਿੰਦਾ ਹੱਦ ਹੋ ਗਈ, ਮੈਂ ਸਮਝਿਆ ਸੀ ਦੁੱਧ ਲੈ ਕੇ ਆਇਆ। ਹੁਣ ਮਾਇਆ ਦੀ ਖਿੱਚ ਤੇ ਕਸ਼ਿਸ਼ ਵਿੱਚ ਸੰਸਾਰੀ ਲੋਕ ਤੇ ਭੇਖੀ ਲੋਕ ਤੁਰੇ ਫਿਰਦੇ ਨੇ। ਇਹ ਕਹਿ ਸ਼ਰਮ ਕਰ ਗਾਡੀ ਗੱਡ ਹੈ। ਸ਼ਰਮ ਕਰਦੇ ਨੇ, ਮਿਹਨਤ ਕਰਦੇ ਨੇ, ਪੈਸਾ ਕਮਾ ਕੇ। ਪੁਰਾਤਨ ਸਮਾਂ ਹੁੰਦਾ ਸੀ ਲੋਕ ਮੋਹਰਾਂ ਘੜੇ ਵਿੱਚ, ਗਾਗਰ ਵਿੱਚ, ਮਟਕੇ ਵਿੱਚ ਪਾ ਕੇ ਧਰਤੀ ਵਿੱਚ ਦਬਾ ਦਿੰਦੇ ਸੀ। ਇਹ ਕਹਿ ਸ਼ਰਮ ਕਰ ਗਾਡੀ ਗੱਡ ਹੈ। एक है सुपने दाम ना छड़ है। एक ऐसे ने सुपने विच भी एक पैसा छड्डन लई तैयार नहीं। सौन लगियो जब रैन में शूम को ताहे समय सुपना ओ भैया। आन असीस करी द्विज ने इम राजी रखे तुमको जग मैया। देन लगियो ताहे 1 रुपया ताहे समय अखियां खुल गैया। वारे दैया कहाँ कर दैया जो जाग ना आती तो जात रुपया। ध्यान च रखियो। शूम सौन लगा, सुपने विच पंडित जी आए, असीस दिती। हुण सुपने विच रुपया कढ़िया ते देन लगा। दिता एक कौड़ी कदी किसे नूं सी कुछ, अज जदों रुपया देन लगा एकदम दिल धड़किया, ਅੱਖਾਂ ਖੁੱਲ ਗਈਆਂ। ਕਹਿੰਦਾ ਵਾਹ ਉਹ ਰੱਬਾ, ਜੇ ਕਿਤੇ ਅੱਖ ਨਾ ਖੁੱਲਦੀ। ਭਾਈ ਕਾਨ ਸਿੰਘ ਜੀ ਨਾਭਾ ਵਾਲਿਆਂ ਲਿਖੀ ਹੈ ਇਹ ਸਵਈਆ। ਕਹਿੰਦਾ ਵਾਹ ਰੱਬਾ, ਜੇ ਅੱਖ ਨਾ ਖੁੱਲਦੀ ਤੇ ਰੁਪਈਆ ਚਲਾ ਜਾਣਾ ਸੀ। ਵਾਹ ਰੇ दैया ਕਹਾਂ ਕਰ दैया ਜੋ ਜਾਗ ਨਾ ਆਤੀ ਤੋ ਜਾਤ ਰੁਪਈਆ। ਇਹ ਕਹਿ ਸ਼ਰਮ ਕਰ ਗਾਡੀ ਗੱਡ ਹੈ। ਇਹ ਕਹਿ ਸੁਪਨਾ ਦਾਮ ਨਾ ਛੱਡ ਹੈ। ਰਾਜ ਕਮਾਏ ਕਰੀ ਜਿਨ ਥੈਲੀ ताकै संग न चंचल चलिया। होए अधूत बैठे लाए तारी। जोगी जति पंडित बिचारी। ग्रह मड़ी मसानी बन में बसते। ऊठ ना कह लागी पलिया। गृहस्थियां दे पल्ले भी पई।
ਅਵਧੂਤ ਬਣ ਗਏ, ਜੰਗਲ ਵਿੱਚ ਚਲੇ ਗਏ, ਨਦੀ ਕਿਨਾਰੇ, ਗੰਗਾ ਕਿਨਾਰੇ ਰਹਿਣ ਲੱਗ ਪਏ। ਪਰ ਅੰਦਰ ਮਾਇਆ ਦੀ ਖਿੱਚ ਤਿਵੇਂ ਦੀ ਤਿਵੇਂ ਬਰਕਰਾਰ ਰਹੀ। ਪਰ ਜਿਹੜੇ ਸੱਚਮੁੱਚ ਸਿਮਰਨ ਅਭਿਆਸੀ ਸੰਤ ਜਨ ਸਨ, ਉਹਨਾਂ ਦੀ ਫਿਟਕਾਰੀ ਹੋਈ, ਇਹ ਤੁਰੀ ਫਿਰਦੀ ਹੈ ਜੀ। ਸਾਕਤ ਕੀ ਉਹ ਪਿੰਡ ਪਰਾਇਣ। ਇਹ ਜਿਹੜੇ ਸਾਕਤ ਲੋਕ ਨੇ, ਮਾਇਆ ਦੇ ਪੁਜਾਰੀ ਨੇ, ਉਹਨਾਂ ਨੇ ਇਸ ਨੂੰ ਆਪਣਾ ਪਿੰਡ ਪ੍ਰਾਣ ਬਣਾਇਆ ਹੈ, ਆਪਣਾ ਜੀਵਨ ਹੀ ਬਣਾ ਲਿਆ ਹੈ। ਵੀ ਇਸ ਮਾਇਆ ਹੈ ਤੇ ਮੈਂ ਹਾਂ, ਜੇ ਮਾਇਆ ਚਲੀ ਗਈ ਤੇ ਮੇਰੇ ਸਾਹ ਹੀ ਨਿਕਲ ਗਏ। ਹਜੂਰ ਕਹਿੰਦੇ ਨੇ ਸਾਕਤ ਕੀਓ ਪਿੰਡ ਪਰਾਇਣ। ਹਮਕੋ ਦ੍ਰਿਸ਼ਟ ਪਰੈ ਤਰਖ ਡਾਇਣ। ਕਬੀਰ ਜੀ ਕਹਿੰਦੇ ਨੇ ਮੈਨੂੰ ਦ੍ਰਿਸ਼ਟੀ ਪੈ ਗਈ, ਸਮਝ ਆ ਗਈ, ਚੰਗੀ ਤਰ੍ਹਾਂ ਦੇਖ ਲਿਆ ਵੀ ਇਹ ਤਰਖ ਡਾਇਣ ਹੈ, ਬੜੀ ਭਿਆਨਕ ਡੈਣ ਦੀ ਤਰ੍ਹਾਂ। ਜੈਸੇ ਹੰਸ ਬੋਲਤ ਹੀ ਡਾਕਣ ਹਰੈ ਕਰੇ ਜੋ, ਬਾਲਕ ਤਾਹੀ ਲੋ ਧਾਵੈ ਜਾਣ ਗੋਦ ਲੇਤ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਡੈਣ ਆ ਜਾਏ, ਹੱਸਦੀ ਹੱਸਦੀ ਬੱਚੇ ਵੱਲ ਆ ਜਾਏ ਤੇ ਬੱਚਾ ਸਮਝੇ ਮੈਨੂੰ ਗੋਦ ਲੈਣ ਆਈ ਏ, ਉਹ ਤੇ ਬੱਚੇ ਦਾ ਕਾਲਜਾ ਕੱਢ ਕੇ ਖਾਣ ਆਈ ਏ। ਪਰ ਬੱਚਾ ਨਾ ਬੇਸਮਝ ਹੈ, ਨਾਦਾਨ ਹੈ। ਜਿਹੜੇ ਸਿਆਣੇ ਨੇ ਉਹ ਸਮਝਦੇ ਨੇ ਇਹ ਡੈਣ ਦੀ ਤਰ੍ਹਾਂ ਹੱਸਦੀ ਏ, ਚੰਗੀ ਲੱਗਦੀ ਏ, ਸੋਹਣੀ ਲੱਗਦੀ ਏ। ਇਹ ਕਈ ਭੇਖ ਬਣਾ ਕੇ ਆਉਂਦੀ ਏ, ਕਿਤੇ ਔਰਤ ਰੂਪ ਵਿੱਚ ਆਉਂਦੀ ਏ, ਕਿਸੇ ਪੈਸੇ ਦੇ ਰੂਪ ਵਿੱਚ ਆਉਂਦੀ ਏ, ਕਿਤੇ ਸ਼ੋਭਾ ਮਾਨ ਵਡਿਆਈ ਦੇ ਰੂਪ ਵਿੱਚ ਆਉਂਦੀ ਏ, ਕਿਤੇ ਮਨੁੱਖ ਨੂੰ ਬਹੁਤ ਸਾਰੇ ਧਾਰਮਿਕ ਅਦਾਰੇ ਵਿੱਚ ਉੱਚਾ ਸਨਮਾਨਯੋਗ ਬਣਾ ਕੇ ਉਹਨਾਂ ਕੋਲ ਵੀ ਆਉਂਦੀ ਏ। ਪਰ ਜਿਨ੍ਹਾਂ ਨੇ ਸਮਝ ਲਿਆ ਉਹ ਜਾਣਦੇ ਨੇ ਇਹ ਬਾਹਰੋਂ ਸੋਹਣੀ ਹੱਸਦੀ ਤੇ ਚੰਗੀ ਲੱਗਦੀ ਏ, ਪਰ ਹੈ ਡੈਣ ਦੀ ਤਰ੍ਹਾਂ, ਮੇਰੇ ਸ਼ੁਭ ਗੁਣ ਖਾ ਜਾਣ ਵਾਲੀ ਹੈ ਜੀ। ਹਮ ਤਿਸ ਕਾ ਬਹੁ ਜਾਣਿਆ ਭੇਓ। ਅਸੀਂ ਇਸ ਦਾ ਚੰਗੀ ਤਰ੍ਹਾਂ ਭੇਦ ਜਾਣ ਲਿਆ। ਕਬੀਰ ਜੀ ਕੀ ਕਹਿੰਦੇ ਨੇ, ਮੈਂ ਚੰਗੀ ਤਰ੍ਹਾਂ ਸਮਝ ਲਿਆ ਵੀ ਇਹ ਮਾਇਆ ਮਨੁੱਖ ਦੀ ਜ਼ਿੰਦਗੀ ਨੂੰ ਉਸ ਪ੍ਰਭੂ ਪਰਮਾਤਮਾ ਆਪਣੇ ਮਾਲਕ ਖਸਮ ਪਤੀ ਤੋਂ ਭੁਲਾਉਣ ਵਾਲੀ ਹੈ ਜੀ। ਜਬ ਹੁਏ ਕਿਰਪਾਲ ਮਿਲੇ ਗੁਰਦੇਵ। ਵਾਹ ਵਾਹ, ਜਦੋਂ ਮਾਲਕ ਕਿਰਪਾਲ ਹੋ ਗਏ, ਵਾਹਿਗੁਰੂ ਜੀ ਖੁਸ਼ ਹੋ ਗਏ, ਪਤਾ ਕੀ ਕੀਤਾ ਨੇ, ਸਤਿਗੁਰੂ ਦਾ ਮਿਲਾਪ ਕਰਾ ਦਿੱਤਾ। ਮਿਲੇ ਗੁਰਦੇਵ, ਇਹ ਗੱਲ ਧਿਆਨ ਚ ਰੱਖਿਓ। ਅੱਜ ਅਸੀਂ ਕਿੱਡੇ ਵੱਡੇ ਭਾਗਾਂ ਵਾਲੇ ਹਾਂ, ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਲਣ ਹੋ ਗਿਆ। ਐਡਾ ਗਿਆਨ ਦਾ ਸਾਗਰ ਸਤਿਗੁਰੂ ਮਿਲ ਗਏ ਨੇ, ਨਾਮ ਦਾ ਅਟੁੱਟ ਖਜ਼ਾਨਾ ਸਤਿਗੁਰੂ ਨੇ ਸਾਨੂੰ ਉਹ ਮਿਲ ਗਏ ਨੇ। ਕਿੱਡੇ ਭਾਗਸ਼ੀਲ ਹਾਂ ਅਸੀਂ, ਅੰਮ੍ਰਿਤ ਵੇਲੇ ਬਾਣੀ ਦਾ ਜਪ ਕਰਦੇ ਹਾਂ, ਸਾਨੂੰ ਗੁਰੂ ਮਿਲੇ ਨੇ। ਅਸੀਂ ਸਹਿਜ ਪਾਠ ਕਰਦੇ ਹਾਂ, ਸਾਨੂੰ ਗੁਰੂ ਮਿਲ ਗਏ ਨੇ। ਅਸੀਂ ਗੁਰ ਸ਼ਬਦ ਰਾਹੀਂ ਸਿਮਰਨ ਕਰਦੇ ਹਾਂ, ਸਮਝਣਾ ਸਾਨੂੰ ਗੁਰੂ ਮਿਲ ਗਏ ਨੇ। ਅਸੀਂ ਗੁਰ ਸ਼ਬਦ ਰਾਹੀਂ ਸੇਵਾ ਕਰਦੇ ਹਾਂ, ਸਮਝਣਾ ਸਾਨੂੰ ਗੁਰੂ ਮਿਲ ਗਏ ਨੇ। ਸਾਨੂੰ ਗੁਰੂ ਨੇ ਅਰਦਾਸ ਕਰਨੀ ਸਿਖਾ ਦਿੱਤੀ, ਸਮਝਣਾ ਸਾਨੂੰ ਗੁਰੂ ਮਿਲ ਗਏ ਨੇ। ਰੱਬ ਦੀ ਕਿੱਡੀ ਰਹਿਮਤ ਹੈ। ਧੰਨ ਗੁਰੂ ਰਾਮਦਾਸ ਜੀ ਦਾ ਦਰ ਮਿਲ ਗਿਆ ਸਾਨੂੰ। ਥਾਂ ਥਾਂ ਤੇ ਜਿਹੜੇ ਨਗਰ ਸ਼ਹਿਰ ਪਿੰਡ ਵਿੱਚ ਰਹਿੰਦੇ ਆ, ਉੱਥੇ ਗੁਰੂ ਘਰ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ, ਅੱਜ ਸਾਨੂੰ ਗੁਰੂ ਮਿਲ ਗਏ ਨੇ। ਇਹ ਰੱਬ ਦੀ ਬੜੀ ਵੱਡੀ ਸਾਡੇ ਤੇ ਕਿਰਪਾ ਹੈ। ਜਦੋਂ ਉਹ ਕਿਰਪਾਲ ਹੋਏ, ਜਬ ਹੁਏ ਕਿਰਪਾਲ ਮਿਲੇ ਗੁਰਦੇਵ, ਤੇ ਸਤਿਗੁਰੂ ਇੱਕ ਗੱਲ ਕਹਿੰਦੇ ਨੇ, ਜੋ ਗੁਰਦੇਵ 8-10 ਵਿਵਹਾਰ, ਜੋ ਗੁਰਦੇਵ 18 ਭਾਰ। ਜੇ ਮੈਨੂੰ ਗੁਰੂ ਮਿਲ ਗਏ, ਸਮਝ ਲੈਣਾ ਮੇਰਾ तमाम धार्मिक अदारा ते जिंदगी का बड़ा वड्डा सहारा ये गुरु की रहमत नाल परमात्मा ने कृपा करके बख्श दिता है जी। कहो कबीर अब बाहर परी। कबीर जी कहते ने हुण मैं इस माया दे प्रभाव तो बाहर हो गया हाँ जी। संसार के अंचल लरी। तो जो संसार सी ਉਹ ਇਸ ਮਾਇਆ ਦੇ ਪੱਲੇ ਪੈ ਗਏ। ਧਿਆਨ 'ਚ ਰੱਖਿਓ। ਤੇ ਮਾਇਆ ਨੇ ਸੰਸਾਰ ਦਾ ਪੱਲਾ ਐਸਾ ਫੜਿਆ। ਇੱਕ ਗੱਲ ਧਿਆਨ 'ਚ ਰੱਖਣ ਵਾਲੀ ਏ, ਜਿਨ੍ਹਾਂ ਰੱਬ ਦਾ ਪੱਲਾ ਫੜਿਆ ਉਹ ਰੱਬ ਦੇ ਮਗਰ ਚੱਲਦੇ ਨੇ। ਜਿਨ੍ਹਾਂ ਗੁਰੂ ਦਾ ਪੱਲਾ ਫੜਿਆ
ਉਹ ਗੁਰੂ ਦੇ ਮਗਰ ਮਗਰ ਚੱਲਦੇ ਨੇ, ਤੇ ਜਿਹਨੇ ਗੁਰੂ ਮਗਰ ਨਹੀਂ ਚੱਲੇ ਉਹਨਾਂ ਨੂੰ ਮਾਇਆ ਨੇ ਆਪਣੇ ਮਗਰ ਲਾ ਲਿਆ। ਸੰਸਾਰ ਕਹਿ ਅੰਚਲ ਲਰੀ, ਤੇ ਜੇ ਮਾਇਆ ਅੱਗੇ ਲੱਗੇਗੀ, ਧਿਆਨ ਚ ਰੱਖਿਓ, ਮਾਇਆਵੀ ਬਿਰਤੀ ਅੱਗੇ ਲੱਗੇਗੀ, ਕਿੱਥੇ ਲੈ ਜਾਏਗੀ? ਗਹਿਰੀ ਖੱਡ ਵਿੱਚ, ਔਗਣਾ ਵਿੱਚ, ਦੁੱਖਾਂ ਵਿੱਚ ਸੁੱਟੇਗੀ। ਤੇ ਜੇ ਗੁਰੂ ਦਾ ਪੱਲਾ ਫੜ ਲਵਾਂਗੇ, ਮੈਂ ਬੇਨਤੀ ਕਰਾਂ, ਲੋਕ ਪਰਲੋਕ ਸਫਲ ਹੋ ਜਾਏਗਾ। ਇਹ ਸਤਿਗੁਰੂ ਰਹਿਮਤ ਕਰਨ। ਕਬੀਰ ਜੀ ਦੇ ਇਸ ਪਾਵਨ ਸ਼ਬਦ ਤੋਂ ਸਾਨੂੰ ਸੇਧ ਮਿਲੀ ਹੈ, ਮਾਇਆ ਵਿੱਚ ਰਹਿਓ, ਪਰ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਤੇ ਸਤਿਗੁਰੂ ਰਹਿਮਤ ਕਰਦੇ ਨੇ, ਤਿਨੀ ਵਿੱਚੇ ਮਾਇਆ ਪਾਇਆ। ਪੁੱਤਰ ਕਲਤਰ ਲక్ష్ਮੀ ਮਾਇਆ, ਇਨ ਤੇ ਕਉ ਕਵਨੈ ਸੁਖ ਪਾਇਆ। ਇੱਕ ਥਾਂ ਸਤਿਗੁਰੂ ਕੇ ਕਹਿੰਦੇ ਨੇ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚੇ ਗਤ ਪਾਈ। ਸਤਿਗੁਰੂ ਰਹਿਮਤ ਕਰਨ, ਮਾਇਆਵੀ ਪ੍ਰਭਾਵ, ਹੰਕਾਰ ਵਿਕਾਰ ਤੋਂ ਬਚੇ ਰਹੀਏ। ਇਸ ਨਾਲ ਪਰਉਪਕਾਰੀ ਸੇਵਾ ਕਮਾਈਏ, ਆਪਣੀ ਸੁਰਤ ਵਿੱਚ ਸ਼ਬਦ ਵਸਾਈਏ ਤੇ ਲੋਕ ਪਰਲੋਕ ਸੇਵਾ ਕਰੀਏ ਜੀ। ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਹਾਰਦਿਕ ਤੌਰ ਤੇ ਆਪ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਆ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ, ਤਿੰਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਦੋ ਪੰਕਤੀਆਂ ਦਾ ਜਪ ਸ਼ਰਵਨ ਕਰਕੇ ਮੁੜ ਫਤਿਹ ਨਾਲ ਸਾਂਝ ਪਾਵਾਂਗੇ ਜੀ। ਹਮ ਤਿਸ ਕਾ ਬਹੁ ਜਾਣਿਆ ਭੇਓ, ਜਬ ਹੁਏ ਕਿਰਪਾਲ ਮਿਲੇ ਗੁਰ ਦੇਓ। ਕਹੋ ਕਬੀਰ ਅਬ ਬਾਹਰ ਪਰੀ, ਸੰਸਾਰ ਕੈ ਅੰਚਲ ਲਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।